ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 61। ਮੁਖਬਰ ਦੇ ਮਾਰੇ ਜਾਣ ਦੀ ਖਬਰ ਨੇ ਇੱਕ ਵਾਰੀ ਫੇਰ ਸਾਰੇ ਲਾਹੌਰ ਵਿੱਚ ਤਹਿਲਕਾ ਮਚਾ ਦਿੱਤਾ। ਖਾਸ ਕਰਕੇ ਪ੍ਰੀਤਮ ਸਿੰਘ ਦੇ ਦਿਲ ਨੂੰ ਅਸਹਿ ਧੱਕਾ ਵੱਜਾ। ਜਿਸ ਮੁਖਬਰ ਦੀ ਸਹਾਇਤਾ ਨਾਲ ਉਸ ਨੂੰ ਕਾਮਯਾਬੀ ਦੀ ਆਸ ਬੱਝੀ ਸੀ, ਆ ਕੇ ਉਸੇ ਦੀ ਮੌਤ ਤੇ ਉਹ ਵੀ ਮੁਖਬਰੀ ਕਰਨ ਤੋਂ ਠੀਕ ਦੂਸਰੇ ਦਿਨ ਦੀ ਇਹ ਇੱਕ ਅਜਿਹੀ ਘਟਨਾ ਸੀ ਜਿਸ ਨੇ ਉਹਦਾ ਦਿਮਾਗ ਤੇ ਦਿਲ ਦੋਵੇਂ ਹਿਲਾ ਦਿੱਤੇ। ਹਨੇਰੀ ਰਾਤ ਦੇ ਕਾਲੇ ਪਰਦੇ ਹੇਠ ਲੁਕੀ ਹੋਈ ਖਲਕਤ ਨੀਂਦ ਦੀ ਗੋਦੀ ਵਿੱਚ ਸੌ ਰਹੀ ਸੀ। ਪ੍ਰੀਤਮ ਸਿੰਘ ਕੋਠੀ ਦੀ ਬਗੀਚੀ ਵਿੱਚ ਬੜੀ ਪਰੇਸ਼ਾਨੀ ਦੀ ਹਾਲਤ ਵਿੱਚ ਦੋਵੇਂ ਹੱਥ ਪਿੱਠ ਵੱਲ ਕੀਤੀ ਟਹਿਲ ਰਿਹਾ ਸੀ। ਉਸ ਦੇ ਖੱਬੇ ਹੱਥ ਵਿੱਚ ਮਰੋੜਿਆ ਹੋਇਆ ਇੱਕ ਕਾਗਜ਼ ਸੀ ਤੇ ਸੱਜੇ ਹੱਥ ਵਿੱਚ ਰਿਵਾਲਵਰ। ਉਹ ਘੜੀ ਮੁੜੀ ਫਾਟਕ ਦੇ ਲੈਂਪ ਪਾਸ ਜਾ ਕੇ ਕਾਗਜ਼ ਨੂੰ ਖੋਲ ਕੇ ਪੜ੍ਹਦਾ ਸੀ। ਜਿੰਨੀ ਵੇਰਾ ਪੜ੍ਹਦਾ ਉਨੇ ਹੀ ਗੁਣਾ ਉਸਦਾ ਸਹਿਮ ਵੱਧਦਾ ਜਾਂਦਾ ਸੀ। ਉਸ ਨੂੰ ਆਪਣੇ ਸੱਜੇ ਖੱਬੇ ਅੱਗੇ ਪਿੱਛੇ ਉੱਪਰ ਥੱਲੇ ਹਰ ਪਾਸੇ ਭਿਆਨਕ ਹੋਣੀ ਦਾ ਜਾਲ ਤਣਿਆ ਦਿਖਾਈ ਦਿੰਦਾ ਸੀ। ਉਸ ਦੇ ਦਿਲ ਨੂੰ ਕੁਝ ਇਸ ਤਰ੍ਹਾਂ ਦਾ ਵਹਿਮ ਸੀ ਕਿ ਉਸ ਦੇ ਹਰ ਪਾਸੇ ਭਾਰਤ ਪੁੱਤਰੀ ਦੇ ਜਾਸੂਸ ਲੱਗੇ ਫਿਰਦੇ ਹਨ। ਇਸ ਵੇਲੇ ਉਹ ਇਤਨਾ ਸਖਤ ਘਬਰਾਇਆ ਹੋਇਆ ਸੀ ਕਿ ਹਵਾ ਦੇ ਖੜਾਕ ਨੂੰ ਵੀ ਦੁਸ਼ਮਣ ਆਮਦ ਸਮਝ ਕੇ ਤਰਬਕ ਪੈਂਦਾ ਤੇ ਪਿਸਤੌਲ ਦੇ ਘੋੜੇ ਉੱਤੇ ਉਂਗਲ ਰੱਖ ਲੈਂਦਾ ਸੀ। ਟਹਿਲਦਾ ਉਹ ਅਚਾਨਕ ਇੱਕ ਜਗ੍ਹਾ ਖਲੋ ਗਿਆ। ਉਸ ਨੂੰ ਜਾਪਿਆ ਜਿਵੇਂ ਉਸ ਦੇ ਪਿੱਛੇ ਕੋਈ ਆ ਗਿਆ ਹੈ। ਭੂੰਜੇ ਡਿੱਗੇ ਸੁੱਕੇ ਪੱਤਰਾਂ ਉੱਤੇ ਕਿਸੇ ਦੇ ਦਬਵੇਂ ਪੈਰਾਂ ਦੀ ਸਰਰ ਦੀ ਆਵਾਜ਼ ਉਸ ਦੇ ਕੰਨੀ ਪੈ ਰਹੀ ਸੀ। ਬਿਜਲੀ ਦੀ ਫੁਰਤੀ ਨਾਲ ਪਿਛਾਂਹ ਭੌਂਕੇ ਤੇ ਪਿਸਤੌਲ ਸਾਹਮਣੇ ਵੱਲ ਤਾਣ ਕੇ ਉਹ ਬੋਲਿਆ, ਕੌਣ? ਇਸ ਦੀ ਉੱਤਰ ਵਿੱਚ ਸੁਣਿਆ, ਵੀਰਾ ਜੀ। ਸੁਣ ਕੇ ਪ੍ਰੀਤਮ ਸਿੰਘ ਦਾ ਨਾ ਕੇਵਲ ਡਰ ਹੀ ਦੂਰ ਹੋ ਗਿਆ, ਸਗੋਂ ਉਸ ਨੂੰ ਸੁੱਖ ਵੀ ਮਿਲਿਆ। ਇਸ ਵੇਲੇ ਜਿਹੜੀ ਹਾਲਤ ਵਿੱਚੋਂ ਲੰਘ ਰਿਹਾ ਸੀ ਉਹ ਉਸ ਲਈ ਇਤਨੀ ਖੌਫਨਾਕ ਤੇ ਦੁਖਦਾਈ ਸੀ ਕਿ ਉਹਨੂੰ ਕਿਸੇ ਹਮਦਰਦ, ਕਿਸੇ ਪਿਆਰ ਭਰੇ ਹਿਰਦੇ ਦੀ ਲੋੜ ਸੀ ਜਿਹੜਾ ਉਸਦੇ ਦਿਲ ਦਾ ਬੋਝ ਹੌਲਾ ਕਰ ਸਕੇ। ਤੇ ਉਹਦਾ ਇਹੋ ਜਿਹਾ ਸ਼ੁਭ ਚਿੰਤਕ ਛੁੱਟ ਪੁਸ਼ਪਾ ਤੋਂ ਹੋਰ ਕੌਣ ਹੋ ਸਕਦਾ ਸੀ? ਪੁਸ਼ਪਾ, ਤੂੰ ਇਸ ਵੇਲੇ ਕਿੱਧਰ? ਪਿਸਤੌਲ ਜੇਬ ਵਿੱਚ ਪਾ ਕੇ ਤੇ ਪਾਸ ਆ ਖਿਲੋਤੀ ਪੁਸ਼ਪਾ ਨੂੰ ਉਸਨੇ ਪੁੱਛਿਆ, ਇਤਨੀ ਰਾਤ ਗਈ ਤੱਕ ਤੂੰ ਜਾਗ ਰਹੀ ਏ? ਪ੍ਰੀਤਮ ਸਿੰਘ ਦੇ ਹੋਰ ਨੇੜੇ ਹੋ ਕੇ ਬੋਲੀ, ਅੱਜ ਸਾਰਾ ਦਿਨ ਮੈਂ ਵੀਰਾ ਜੀ ਤੁਹਾਨੂੰ ਉਡੀਕਦੀ ਰਹੀ, ਤੁਸੀਂ ਨਾ ਆਏ। ਡਰ ਨਾਲ ਮੇਰਾ ਲਹੂ ਪਿਆ ਸੁੱਕਦਾ ਸੀ। ਮੈਂ ਆਖਾਂ ਸੁੱਖ ਹੋਵੇ ਸਹੀ, ਵੀਰ ਜੀ ਤਾਂ ਕਦੇ ਰਾਤ ਬਾਹਰ ਨਹੀਂ ਸੀ ਰਹੇ। ਇਸ ਹਾਲਤ ਵਿੱਚ ਨੀਂਦਰ ਕਿੱਥੇ ਪੈਣੀ ਸੀ? ਮਾਂ ਜੀ ਦੀ ਹੁਣੇ ਝਟਕੂ ਹੋਏ ਅੱਖ ਲੱਗੀ ਏ, ਜਿਉਂ ਲੱਗੀਆਂ ਦੋਵੇਂ ਉਡੀਕਣ। ਮੈਂ ਆਖਿਆ ਜਾ ਕੇ ਚੌਂਕੀਦਾਰ ਨੂੰ ਕਹਾਂ ਕਿਤੇ ਸੌ ਨਾ ਜਾਵੇ, ਜੋ ਮਤਾ ਤੁਸੀਂ ਆ ਕੇ ਆਵਾਜ਼ਾਂ ਮਾਰਦੇ ਰਹੋ ਤੇ ਬਾਹਰ ਆ ਕੇ ਤੁਹਾਨੂੰ ਟਹਿਲਦੇ ਵੇਖਿਆ। ਕਿਹੜੇ ਵੇਲੇ ਦੇ ਆਏ ਹੋ ਤੁਸੀਂ? ਬਹੁਤੀ ਦੇਰ ਨਹੀਂ ਹੋਈ, ਪਰੇਸ਼ਾਨੀ ਦੀ ਹਾਲਤ ਵਿੱਚ ਉਸਨੇ ਕਿਹਾ। 12:30 ਵਜੇ ਆਇਆ ਕਿ ਇੱਕ ਚੀਜ਼ ਨਜ਼ਰੀ ਪਈ ਪਿਛਲੇ ਪੈਰੀ ਬਾਹਰ। ਇੱਕ ਚੀਜ਼? ਵਿੱਚੋਂ ਹੀ ਪੁਸ਼ਪਾ ਬੋਲੀ। ਕੀ ਚੀਜ਼ ਵੀਰਾ ਜੀ? ਐ ਵੇਖ। ਪ੍ਰੀਤਮ ਸਿੰਘ ਨੇ ਉਹੀ ਹੱਥ ਵਾਲਾ ਕਾਗਜ਼ ਉਹਨੂੰ ਫੜਾ ਦਿੱਤਾ ਤੇ ਬੋਲਿਆ, ਚਾਨਣ ਵਿੱਚ ਜਾ ਕੇ ਪੜ੍ਹ ਲੈ। ਪੁਸ਼ਪਾ ਛੇਤੀ ਨਾਲ ਕਾਗਜ਼ ਲੈ ਕੇ ਚਾਨਣ ਪਾਸ ਪਹੁੰਚੀ। ਪੜ੍ਹ ਲਿਆਈ? ਹਾਂ ਵੀਰਾ ਜੀ। ਇਹ ਤੁਹਾਨੂੰ ਕਿੱਥੋਂ ਲੱਭਾ? ਇੱਥੋਂ ਹੀ ਗੇਟ ਲਾਗਿਓ। ਪਰ ਇਹ ਇੱਥੇ ਆਇਆ ਕੀਕਨ? ਇਸੇ ਗੱਲ ਦੀ ਤੇ ਹੈਰਾਨੀ ਹੈ ਵੀਰਾ ਜੀ। ਤੁਹਾਨੂੰ ਯਕੀਨ ਹੈ ਕਿ ਇਹ ਚਿੱਠੀ ਭਾਰਤ ਪੁੱਤਰੀ ਵੱਲੋਂ ਹੋਵੇਗੀ? ਯਕੀਨ ਨਾ ਕਰਨ ਦੀ ਕੋਈ ਵਜ੍ਹਾ ਨਹੀਂ ਜਾਪਦੀ ਪੁਸ਼ਪਾ, ਪਰ ਇਸ ਵਿੱਚ ਤਾਂ ਉਹਨੇ ਲਿਖਿਆ ਹੈ ਕਿ 24 ਘੰਟਿਆਂ ਦੇ ਅੰਦਰ ਉਹ ਤੁਹਾਨੂੰ ਖੁਦ ਮਿਲੇਗੀ। ਹਾਂ ਤੇ ਇਸ ਦੇ ਨਾਲ ਇਹ ਵੀ ਕਿ ਜੇ ਤੁਸੀਂ ਮੈਨੂੰ ਫੜਨ ਵਿੱਚ ਕਾਮਯਾਬ ਹੋ ਸਕੋ, ਮੈਂ ਤਾਂ ਆਪਣੇ ਵੱਲੋਂ ਤੁਹਾਨੂੰ 50,000 ਰੁਪਏ ਇਨਾਮ ਵੀ ਦਿਆਂਗੀ। ਮੈਂ ਪੜ੍ਹਿਆ ਏ। ਪੁਸ਼ਪਾ ਜਿਵੇਂ ਡਰ ਨਾਲ ਸੁੰਗੜਦੀ ਹੋਈ ਬੋਲੀ, ਹੁਣ ਕੀ ਕਰਨਾ ਚਾਹੀਦਾ ਹੈ ਵੀਰ ਜੀ? ਜੋ ਹੋਵੇਗਾ ਵੇਖਿਆ ਜਾਵੇਗਾ। ਪ੍ਰੀਤਮ ਸਿੰਘ ਇਹ ਸਭ ਪੁਸ਼ਪਾ ਦਾ ਹੌਸਲਾ ਬਣਾਉਣ ਲਈ ਕਹਿ ਰਿਹਾ ਸੀ। ਅਸਲ ਵਿੱਚ ਉਸਦਾ ਆਪਣਾ ਰੰਗ ਉੱਡਿਆ ਹੋਇਆ ਸੀ। ਡਰ ਨਾਲ ਉਸਦਾ ਦਿਲ ਗਿੱਠ ਉਛਲ ਰਿਹਾ ਸੀ। ਉਸਨੂੰ ਇਹੋ ਸੰਭਾਵਨਾ ਸੀ ਕਿ ਹੁਣ ਵੀ ਆਈ। ਪੁਸ਼ਪਾ ਨੇ ਪੁੱਛਿਆ, ਪਰ ਵੀਰਾ ਜੀ ਤੁਸੀਂ ਇਤਨੇ ਘਾਬਰਦੇ ਕਿਉਂ ਜਾਪਦੇ ਜੇ? ਬੜੀ ਗੱਲ ਹੋਈ ਤਾਂ ਕੱਲ ਦਾ ਦਿਨ ਤੁਸੀਂ ਕਿਤੇ ਬਾਹਰ ਨਾ ਜਾਣਾ। ਪਰ ਮੈਨੂੰ ਇਸ ਗੱਲ ਦਾ ਤੇ ਜ਼ਰਾ ਵੀ ਡਰ ਨਹੀਂ। ਮੈਂ ਉਸ ਸ਼ਤੂੰਗੜੀ ਜਿਹੀ ਕੋਲੋਂ ਡਰਨ ਵਾਲਾ ਵਾਂ। ਪਰ ਮੈਨੂੰ ਤੇ ਇੱਕ ਹੋਰ ਹੀ ਚਿੰਤਾ ਖਾ ਰਹੀ ਏ। ਕੀ ਵੀਰਾ ਜੀ? ਕਾਹਦੀ ਚਿੰਤਾ? ਤੈਨੂੰ ਦੱਸਿਆ ਨਾ ਉਸ ਮੁਖਬਰ ਦੀ ਬਾਬਤ, ਉਹ ਜਿਹੜਾ ਮੈਨੂੰ ਉਹਨਾਂ ਦੀ ਮੀਟਿੰਗ ਦਾ ਹਾਲ ਦੱਸ ਗਿਆ ਸੀ। ਹਾਂ, ਤੁਸੀਂ ਦੱਸਿਆ ਸੀ ਕਿ ਉਹਨੇ ਝੂਠ ਬੋਲਿਆ ਸੀ। ਨਹੀਂ, ਝੂਠ ਤਾਂ ਉਹਨੇ ਨਹੀਂ ਸੀ ਬੋਲਿਆ, ਪਰ ਅੱਜ ਰਾਤੀ ਖਿਆਮ ਹੋਟਲ ਵਿੱਚ ਉਸ ਵਿਚਾਰੇ ਦਾ ਖੂਨ ਹੋ ਗਿਆ। ਖੂਨ ਹੋ ਗਿਆ? ਪੁਸ਼ਪਾ ਨੇ ਵਾਕਿੰਜ ਬੋਲਿਆ ਜਿਵੇਂ ਸੁਣ ਕੇ ਉਸਦੇ ਹਵਾਸ ਗੁੰਮ ਹੋ ਗਏ ਹੋਣ। ਵਿਚਾਰਾ ਅਜਾਈ ਮੌਤੇ ਮਾਰਿਆ ਗਿਆ। ਮੈਨੂੰ ਉਸ ਪਾਸੋਂ ਬਹੁਤ ਸਾਰੀ ਮਦਦ ਮਿਲਣ ਦੀ ਆਸ ਸੀ। ਜਿਸ ਹਨੇਰੇ ਵਿੱਚ ਪਹਿਲਾਂ ਫਿਰ ਰਿਹਾ ਸਾਂ, ਮੁੜ ਉਸੇ ਵਿੱਚ ਜਾ ਰਿਹਾ ਹਾਂ। ਉਸ ਦੇ ਮਰਨ ਨਾਲ ਮੇਰਾ ਸਾਰਾ ਪ੍ਰੋਗਰਾਮ ਚੌੜ ਚਪੱਟ ਹੋ ਗਿਆ।
ਪਰ ਵੀਰਾ ਜੀ ਉਹ ਮਾਰਿਆ ਕਿਸ ਤਰ੍ਹਾਂ ਗਿਆ? ਵਿਚਾਰਾ ਉਸੇ ਕਸੂਰ ਬਦਲੇ ਮਾਰ ਦਿੱਤਾ ਗਿਆ। ਕਿਸੇ ਨੇ ਮਾਰਿਆ ਉਹਨੂੰ? ਉਸੇ ਬਾਬਾ ਜੀ ਸ਼ੈਤਾਨ ਨੇ, ਜਿਸ ਬਾਬਤ ਮੈਂ ਤੈਨੂੰ ਦੱਸਿਆ ਸੀ ਕਿ ਉਸਦੀ ਗ੍ਰਿਫਤਾਰੀ ਲਈ 10,000 ਰੁਪਇਆ ਇਨਾਮ ਰੱਖਿਆ ਗਿਆ ਏ। ਪਰ ਵੀਰ ਜੀ ਤੁਹਾਨੂੰ ਪਤਾ ਕੀਕਣ ਲੱਗਾ ਕਿ ਉਸੇ ਨੇ ਮਾਰਿਆ ਏ? ਇਹ ਵੇਖ ਪਤਾ। ਕਹਿੰਦਿਆਂ ਹੋਇਆ ਪ੍ਰੀਤਮ ਸਿੰਘ ਨੇ ਉਹਨੂੰ ਜੇਬ ਵਿੱਚੋਂ ਇੱਕ ਟਾਈਪ ਕੀਤਾ ਹੋਇਆ ਕਾਗਜ਼ ਕੱਢ ਕੇ ਦੱਸਿਆ, ਜਿਸ ਉੱਤੇ ਕੇਵਲ ਇਹੋ ਸਤਰਾਂ ਸਨ, ਭਾਰਤ ਪੁੱਤਰੀ ਦੇ ਹੁਕਮ ਨਾਲ ਬਾਬਾ ਜੀ। ਪੁਸ਼ਪਾ ਨੇ ਪੁੱਛਿਆ, ਇਹ ਤੁਹਾਨੂੰ ਕਿੱਥੋਂ ਮਿਲਿਆ? ਸੋਹਣ ਸਿੰਘ ਦੀ ਲਾਸ਼ ਪਾਸੋਂ। ਤੇ ਉਹ ਬਾਬਾ ਸੜਾਬਾ ਫੜਿਆ ਨਾ ਗਿਆ? ਫੜਿਆ ਜਾਂਦਾ ਤਾਂ ਫਿਰ ਚਿੰਤਾ ਕਿਸ ਗੱਲ ਦੀ ਸੀ? ਅੱਛਾ, ਜੋ ਹੋਵੇਗਾ ਵੇਖਿਆ ਜਾਵੇਗਾ। ਤੁਸੀਂ ਇੰਨੇ ਪਰੇਸ਼ਾਨ ਕਿਉਂ ਹੁੰਦੇ ਹੋ? ਚਲੋ ਰੋਟੀ ਰਾਟੀ ਖਾਓ ਚੱਲ ਕੇ। ਰੋਟੀ ਦੀ ਮੈਨੂੰ ਬਿਲਕੁਲ ਭੁੱਖ ਨਹੀਂ। ਸੱਚ ਚਿੱਠੀ ਕੋਈ ਆਈ ਸੀ ਮੇਰੀ? ਪੁਸ਼ਪਾ ਦੇ ਨਾਲ ਨਾਲ ਤੁਰਦਿਆਂ ਪ੍ਰੀਤਮ ਸਿੰਘ ਨੇ ਪੁੱਛਿਆ। ਇੱਕ ਛੱਡ ਕੇ ਦੋ ਵੀਰਾ ਜੀ, ਪੁਸ਼ਪਾ ਨੇ ਉੱਤਰ ਦਿੱਤਾ। ਇੱਕ ਮੁਰੱਬਿਆਂ ਚੋਂ ਬਾਪੂ ਜੀ ਦੀ ਆਈ ਏ ਤੇ ਦੂਜੀ ਦਿੱਲੀੋਂ। ਬਾਪੂ ਹੋਣਾ ਵਾਲੀ ਮੈਂ ਖੋਲ ਕੇ ਪੜ੍ਹ ਲਈ ਸੀ, ਪਰ ਦੂਜੀ ਨਹੀਂ ਖੋਲੀ। ਬਾਪੂ ਹੋਣਾ ਕੀ ਲਿਖਿਆ ਏ? ਉਹ ਬਿਮਾਰ ਨੇ, ਤੁਹਾਨੂੰ ਸੱਦ ਘੱਲਿਆ ਏ, ਬੁਖਾਰ ਦੀ ਸ਼ਿਕਾਇਤ ਲਿਖੀ ਏ। ਚਿੰਤਾ ਉੱਤੇ ਇੱਕ ਹੋਰ ਚਿੰਤਾ ਨੇ ਪ੍ਰੀਤਮ ਸਿੰਘ ਨੂੰ ਆ ਘੇਰਿਆ, ਪਰ ਨਾਲ ਹੀ ਉਸਦੇ ਦਿਲ ਨੂੰ ਇੱਕ ਤਸੱਲੀ ਵੀ ਹੋਈ ਕਿ ਚਲੋ 2-4 ਦਿਨ ਆਰਾਮ ਕਰਨਾ ਤਾਂ ਨਸੀਬ ਹੋਵੇਗਾ। ਨਾਲ ਇਕਾਂਤ ਵਿੱਚ ਬੈਠ ਕੇ ਸੋਚਣ ਨਾਲ ਖਬਰੇ ਇਸ ਉਲਝਣ ਨੂੰ ਸੁਲਝਾਉਣ ਦਾ ਕੋਈ ਢੰਗ ਸੁੱਝ ਪਵੇ। ਉਹ ਪੁਸ਼ਪਾ ਸਣੇ ਆਪਣੇ ਕਮਰੇ ਵਿੱਚ ਪੁੱਜਾ ਤੇ ਜਾਂਦਾ ਹੀ ਸੁੰਦਰ ਦਾਸ ਵੱਲੋਂ ਆਈ ਹੋਈ ਚਿੱਠੀ ਖੋਲ ਕੇ ਪੜ੍ਹਨ ਲੱਗਾ। ਲਿਖਿਆ ਹੋਇਆ ਸੀ, ਪਿਆਰੇ ਸਰਦਾਰ ਪ੍ਰੀਤਮ ਸਿੰਘ ਜੀ, ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਮੈਂ ਤੁਹਾਡੀ ਚਿੱਠੀ ਦਾ ਉੱਤਰ ਕਿਉਂ ਨਹੀਂ ਦਿੱਤਾ, ਪਰ ਇਸ ਵਿੱਚ ਮੇਰਾ ਕਸੂਰ ਤਾਂ ਹੁੰਦਾ ਜੇ ਮੈਂ ਇੱਥੇ ਮੌਜੂਦ ਹੁੰਦਾ। 15-20 ਦਿਨਾਂ ਪਿੱਛੋਂ ਅੱਜ ਵਾਪਸ ਦਿੱਲੀ ਆਇਆ ਹਾਂ ਤੇ ਤੁਹਾਡਾ ਖੱਤ ਮਿਲਿਆ। ਕਿੱਥੇ ਗਿਆ ਸਾਂ? ਕਿਸ ਕੰਮ ਲਈ? ਕੁਝ ਵੀ ਨਹੀਂ, ਕੇਵਲ ਉਸ ਬਾਲੜੀ ਜਈ ਦੀ ਚਾਹ ਪੂਰੀ ਕਰਨ ਲਈ। ਮਨੋਰਮਾ ਇੱਕ ਵਾਰੀ ਆਪਣਾ ਵਤਨ ਵੇਖਣ ਦੀ ਬੜੀ ਤਮੰਨਾ ਰੱਖਦੀ ਸੀ, ਜਿਸ ਨੂੰ ਮੈਂ ਟਾਲ ਨਹੀਂ ਸਕਦਾ। ਸਰਦਾਰ ਜੀ, ਅੱਜ ਮੈਂ ਜਰਾ ਲੰਬੇਰੇ ਖਿਆਲ ਤੁਹਾਡੇ ਅੱਗੇ ਪ੍ਰਗਟ ਕਰਨਾ ਚਾਹੁੰਦਾ ਹਾਂ। ਆਸ਼ਾ ਹੈ ਤੁਸੀਂ ਇਸ ਨੂੰ ਪੜ੍ਹ ਕੇ ਵਿਚਾਰਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਮਨੋਰਮਾ ਸਿਰਫ ਵੇਖੀ ਸੀ, ਪਰ ਮੈਂ ਉਸ ਨੂੰ ਸਾਰੀ ਨੂੰ ਪੜ੍ਹਿਆ ਹੈ। ਉਸ ਦਾ ਸਰੀਰ ਜਿੰਨਾ ਸੋਹਣਾ ਹੈ, ਉਦੋਂ 1000 ਗੁਣਾ ਸੋਹਣਾ ਉਹਦਾ ਦਿਲ ਹੈ। ਇੱਕ ਗੱਲ ਹੋਰ ਵੀ ਦੱਸ ਲਵਾਂ, ਉਹ ਤੁਹਾਡੇ ਲਈ ਓਪਰੀ ਸੀ, ਪਰ ਮੇਰੇ ਲਈ ਨਹੀਂ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ 11-12 ਵਰ੍ਹਿਆਂ ਦੀ ਸੀ। ਮੈਂ ਉਦੋਂ ਧਰਮਸ਼ਾਲਾ ਵਿੱਚ ਹੈਲਥ ਆਫੀਸਰ ਸਾਂ। ਇਹ ਮੇਰੀ ਉਸ ਬਾਲ ਫੌਜ ਦੀ ਹੀਰੋਇਨ ਸੀ, ਜਿਸ ਨਾਲ ਜਾ ਕੇ ਮੈਂ ਖੇਡਿਆ ਕਰਦਾ ਸਾਂ ਤੇ ਉਸ ਖੇਡ ਵਿੱਚੋਂ ਸਵਰਗੀ ਰਸ ਲੈਂਦਾ ਸਾਂ। ਕਿਸ ਤਰ੍ਹਾਂ ਕਿਸਮਤ ਨੇ ਫੁੱਲਾਂ ਦੀਆਂ ਟਾਹਣੀਆਂ ਤੇ ਝੂਠ ਦੀ ਇਸ ਬੁਲਬੁਲ ਨੂੰ ਫੜ ਕੇ ਵਿਧਵਾ ਪੁਣੇ ਦੀ ਭੱਠੀ ਵਿੱਚ ਲਿਆ ਝੋਕਿਆ, ਇਹ ਬਹੁਤ ਲੰਮੀ ਕਹਾਣੀ ਹੈ, ਕਦੇ ਮਿਲ ਕੇ ਸੁਣਾਵਾਂਗਾ। ਮੈਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਮੈਂ ਮਨੋਰਮਾ ਨੂੰ ਪਛਾਤਾ ਤੇ ਵੇਖਿਆ ਕਿ ਸਮੇਂ ਦੇ ਚੱਕਰ ਨੇ ਕਿਸ ਤਰ੍ਹਾਂ ਉਹਨੂੰ ਭੁਆਂ ਫਿਰਾ ਕੇ ਇੱਕ ਵਾਰੀ ਫਿਰ ਮੇਰੇ ਆਸਰੇ ਲਿਆ ਸੁੱਟਿਆ। ਪਹਿਲਾਂ ਮੇਰਾ ਖਿਆਲ ਸੀ ਕਿ ਮੈਂ ਇਸ ਨੂੰ ਕਿਸੇ ਸਕੂਲ ਵਿੱਚ ਦਾਖਲ ਕਰਾ ਦਿਆਂ, ਪਰ ਮੇਥੋਂ ਦੂਰ ਰਹਿਣਾ ਇਹ ਨਹੀਂ ਸੀ ਚਾਹੁੰਦੀ। ਮਜਬੂਰਨ ਮੈਨੂੰ ਹੁਣ ਤੱਕ ਇਹਨੂੰ ਆਪਣੇ ਪਾਸ ਹੀ ਰੱਖਣਾ ਪਿਆ। ਮੈਂ ਆਪ ਹੀ ਇਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਮੈਂ ਇਸ ਦੀ ਸੁਚੇਤ ਬੁੱਧ ਤੇ ਸਮਝਣ ਸ਼ਕਤੀ ਵੇਖੀ। ਤੁਸੀਂ ਹੈਰਾਨ ਹੋਵੋਗੇ ਕਿ ਮਨੋਰਮਾ ਮਹੀਨੇ ਦੀ ਪੜ੍ਹਾਈ ਦਿਨਾਂ ਵਿੱਚ ਮੁਕਾ ਲੈਂਦੀ ਹੈ ਤੇ ਇਹ ਸ਼ੌਂਕ ਉਸ ਦਾ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ। ਭਾਵੇਂ ਹਾਲੇ ਮੈਂ ਉਸ ਨੂੰ ਕੋਈ ਗੰਭੀਰ ਲਿਟਰੇਚਰ ਪੜ੍ਹਨ ਨੂੰ ਨਹੀਂ ਦਿੰਦਾ, ਕੇਵਲ ਨਾਵਲ ਨਾਟਕ ਹੀ ਪੜ੍ਹਾਉਂਦਾ ਹਾਂ ਤਾਂ ਜੋ ਉਸ ਦਾ ਦਿਲ ਪਰਚਿਆ ਰਹੇ, ਪਰ ਵੇਖਦਾ ਹਾਂ ਕਿ ਦਿਨੋਂ ਦਿਨ ਇਸ ਦੀ ਰੁਚੀ ਉੱਚੇ ਪਾਏ ਦੇ ਲਿਟਰੇਚਰ ਵੱਲ ਹੁੰਦੀ ਜਾਂਦੀ ਹੈ। ਇਹ ਤਾਂ ਹੋਇਆ ਉਸ ਦੀ ਸੰਸਾਰਿਕ ਹਾਲਤ ਸੰਬੰਧੀ, ਪਰ ਮੈਂ ਤੁਹਾਨੂੰ ਉਸ ਦੇ ਮਾਨਸਿਕ ਝੁਕਾਓ ਬਾਰੇ ਵੀ ਕੁਝ ਦੱਸਣਾ ਚਾਹੁੰਦਾ ਹਾਂ। ਰੂਪ ਲਾਲ ਦੇ ਮਰਨ ਤੋਂ ਬਾਅਦ ਕੁਝ ਚਿਰ ਤਾਂ ਉਸ ਦੀ ਹਾਲਤ ਬੜੀ ਸੰਜੀਦਾ ਰਹੀ, ਪਰ ਹੌਲੀ-ਹੌਲੀ ਮੇਰੇ ਖਿਆਲਾਂ ਦਾ ਸਰੂਪ ਸੁੱਤੇ ਹੋਣਾ ਸ਼ੁਰੂ ਹੋਇਆ ਤੇ ਉਸ ਦੀ ਮਾਨਸਿਕ ਪੀੜ ਘਟਦੀ ਲਗਭਗ ਖਤਮ ਹੋ ਗਈ। ਇਸ ਵਿੱਚ ਸ਼ੱਕ ਨਹੀਂ ਕਿ ਮਨੋਰਮਾ ਮੈਨੂੰ ਪਿਆਰ ਕਰਦੀ ਹੈ ਤੇ ਮੈਂ ਵੀ ਉਸ ਨੂੰ, ਪਰ ਇਹ ਪਿਆਰ ਕੁਝ ਅਜੀਬ ਕਿਸਮ ਦਾ ਹੈ। ਉਹ ਜਦ ਮੇਰੇ ਸਾਹਮਣੇ ਆਉਂਦੀ ਹੈ ਤਾਂ ਆਪਣੇ ਆਪ ਨੂੰ ਇਆਣੇ ਬੱਚੇ ਵਾਂਗ ਅਨੁਭਵ ਕਰਨ ਲੱਗਦੀ ਹੈ। ਉਸਦੇ ਲਾਡ, ਉਸਦੇ ਸ਼ਿਕਵੇ, ਉਸਦੇ ਸਨੇਹ ਭਰੇ ਅਲਿੰਗਨ, ਸਭ ਕਾਸੇ ਤੋਂ ਮੈਨੂੰ ਅੱਜ ਵੀ ਉਹ ਜਾਪਦੀ ਹੈ ਜਿਹੜੀ ਉਦੋਂ ਸੀ, ਜਿਸ ਦਾ ਮੈਂ ਉਧਰ ਜ਼ਿਕਰ ਕਰ ਆਇਆ ਹਾਂ। ਉਸ ਨੂੰ ਵੇਖ ਕੇ, ਉਸ ਨੂੰ ਪਿਆਰ ਕਰਕੇ ਮੈਨੂੰ ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਦਿਲ ਵਿੱਚ ਵਾਸਤਲ ਦੀ ਨਦੀ ਉਮੰਡ ਆਉਂਦੀ ਹੈ, ਜਿਵੇਂ ਮੈਂ ਹੀ ਉਸ ਦਾ ਪਿਤਾ ਹਾਂ। ਸਰਦਾਰ ਜੀ, ਸੱਚ ਜਾਣਨਾ, ਮਨੋਰਮਾ ਇੱਕ ਬਹੁਤ ਵੱਡਮੁੱਲਾ ਰਤਨ ਹੈ। ਅਭਾਗਾ ਰੂਪਲਾਲ ਇਸ ਨੂੰ ਮਾਣ ਨਾ ਸਕਿਆ। ਸਮੇਂ ਤੋਂ ਪਹਿਲਾਂ ਹੀ ਕੁਦਰਤ ਨੇ ਉਸ ਨੂੰ ਵਿਚਾਰੀ ਪਾਸੋਂ ਖੋਹ ਲਿਆ। ਮੈਂ ਕਈਆਂ ਦਿਹਾੜੀਆਂ ਇਸੇ ਸੋਚ ਵਿਚਾਰ ਵਿੱਚ ਗਵਾਈਆਂ ਹਨ ਕਿ ਕੀ ਇਸ ਦਾ ਜੀਵਨ ਜੰਗਲੀ ਫੁੱਲ ਵਾਂਗ ਖਿੜ ਮਹਿਕ ਕੇ ਬਿਨਾਂ ਕਿਸੇ ਪ੍ਰੀਤਮ ਦੇ ਗਲ ਪੈਣ ਤੋਂ ਹੀ ਮੁਰਝਾ ਜਾਏਗਾ। ਇਹਨਾਂ ਹੀ ਸੋਚਾਂ ਵਿਚਾਰਾਂ ਤੋਂ ਬਾਅਦ ਅਖੀਰ ਜਿਸ ਸਿੱਟੇ ਤੇ ਮੈਂ ਪੁੱਜਾ ਹਾਂ, ਬੜੀ ਅਜੀਬ ਜਿਹੀ ਗੱਲ ਹੈ, ਖਾਸ ਕਰਕੇ ਤੁਹਾਡੇ ਲਈ। ਵੱਲ ਫਿਰ ਨਾ ਪਾ ਕੇ ਸਪਸ਼ਟ ਰੂਪ ਵਿੱਚ ਹੀ ਦੱਸ ਦਿਆਂ ਕਿ ਮੇਰੀ ਨਜ਼ਰ ਵਿੱਚ ਜੇ ਕੋਈ ਮਨੋਰਮਾ ਲਈ ਸੁਪਾਤਰ ਇਸ ਦੁਨੀਆ ਵਿੱਚ ਹੈ ਤਾਂ ਉਹ ਇੱਕੋ ਹੀ ਪ੍ਰੀਤਮ ਸਿੰਘ।
ਇਹ ਵੀ ਜਾਣਦਾ ਹਾਂ ਕਿ ਮੇਰੀ ਇਹ ਭਾਵਨਾ ਪੜ੍ਹ ਕੇ ਤੁਸੀਂ ਤ੍ਰਪਕੋਗੇ, ਮੇਰੀ ਮੂਰਖਤਾ ਉੱਤੇ ਸ਼ਾਇਦ ਹੱਸੋ ਵੀ। ਤੁਹਾਡੇ ਲਈ ਵੱਡੇ ਅਮੀਰਾਂ ਦੀਆਂ ਲੜਕੀਆਂ ਤਜਵੀਜ਼ ਕੀਤੀਆਂ ਜਾ ਸਕਦੀਆਂ ਹਨ, ਦੌਲਤ ਤੇ ਇਲਮ ਦੋਹਾਂ ਵਿੱਚ ਵੀ ਵਧੀਆ ਚੜੀਆਂ, ਤੇ ਇਸ ਦੇ ਮੁਕਾਬਲੇ ਵਿੱਚ ਮਨੋਰਮਾ ਕੁਝ ਵੀ ਨਹੀਂ। ਪਰ ਇਹ ਕਹਿਣੋਂ ਮੈਨੂੰ ਜ਼ਰਾ ਵੀ ਝਿਜਕ ਨਹੀਂ ਕਿ ਹੁਸਨ ਦੀ ਦੌਲਤ ਮੇਰੀ ਮਨੋਰਮਾ ਪਾਸ ਲਾ ਇੰਤਹਾ ਹੈ, ਤੇ ਏਦੋਂ ਵੀ ਵੱਡੀ ਦੌਲਤ ਹੈ ਉਸ ਪਾਸ ਪਵਿੱਤਰ ਹਿਰਦਾ। ਕੀ ਤੁਸੀਂ ਸੰਸਾਰ, ਸ਼ੌਹਰਤ, ਇਲਮ ਤੇ ਦੌਲਤ ਨੂੰ ਇਸ ਉੱਤੇ ਤਰਜੀਹ ਦਿਓਗੇ? ਘੱਟੋ ਘੱਟ ਮੈਨੂੰ ਤਾਂ ਤੁਹਾਡੇ ਉੱਤੇ ਇਹ ਆਸ ਨਹੀਂ। ਬਾਕੀ ਰਹਿ ਗਈ ਇਹ ਗੱਲ ਕਿ ਮਨੋਰਮਾ ਵਿਧਵਾ ਹੈ, ਕੁਆਰੀ ਨਹੀਂ। ਇਹ ਸਵਾਲ ਤਾਂ ਮੇਰਾ ਖਿਆਲ ਹੈ ਤੁਹਾਡੀ ਨਜ਼ਰ ਵਿੱਚ ਵੀ ਬੜਾ ਤੁੱਛ ਜਾਪੇਗਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਰਗਾ ਆਦਮੀ ਕਿਸੇ ਨੀਵੇਂ ਫਲਸਫੇ ਨੂੰ ਦਿਲ ਵਿੱਚ ਥਾਂ ਨਹੀਂ ਦੇ ਸਕਦਾ। ਮਨੋਰਮਾ ਇੰਨੇ ਗੁਣਾਂ ਤੇ ਉਚਾਈਆਂ ਦੀ ਮਾਲਕ ਹੈ, ਤਾਂ ਵੀ ਮੈਂ ਦਿਨ ਰਾਤ ਇਸੇ ਕੋਸ਼ਿਸ਼ ਵਿੱਚ ਰਹਿੰਦਾ ਹਾਂ ਕਿ ਉਸ ਨੂੰ ਪੂਰੀ ਤਰ੍ਹਾਂ ਤੁਹਾਡੇ ਯੋਗ ਬਣਾ ਸਕਾਂ। ਕੀ ਮੈਂ ਆਸ ਕਰ ਸਕਦਾ ਹਾਂ ਕਿ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋਗੇ? ਤੁਸੀਂ ਮੈਨੂੰ ਲਾਹੌਰ ਆਉਣ ਲਈ ਲਿਖਿਆ ਹੈ, ਮੈਂ ਆਉਣ ਲਈ ਤਿਆਰ ਹਾਂ, ਪਰ ਇਸ ਚਿੱਠੀ ਦਾ ਉੱਤਰ ਆਉਣ ਤੇ ਸ਼ਾਇਦ ਮਨੋਰਮਾ ਵੀ ਮੇਰੇ ਨਾਲ ਆਵੇ, ਕਿਉਂਕਿ ਮੈਂ ਪੁਸ਼ਪਾਵਤੀ ਨਾਲ ਉਸ ਨੂੰ ਇੰਟਰੋਡਿਊਸ ਕਰਾਉਣਾ ਚਾਹੁੰਦਾ ਹਾਂ। ਉੱਤਰ ਝਟਪਟ ਦੇਣਾ। ਪੁਸ਼ਪਾਵਤੀ ਜੀ ਨੂੰ ਨਮਸਤੇ, ਮਾਤਾ ਜੀ ਨੂੰ ਪ੍ਰਣਾਮ। ਤੁਹਾਡਾ ਪਰਮ ਹੇਤੂ ਸੁੰਦਰਦਾਸ। ਚਿੱਠੀ ਪੜ੍ਹ ਕੇ ਪ੍ਰੀਤਮ ਸਿੰਘ ਦਾ ਦਿਲ ਖੁਸ਼ੀ ਨਾਲ ਪ੍ਰਫੁੱਲਤ ਹੋ ਗਿਆ। ਇੱਥੋਂ ਤੱਕ ਕਿ ਮੌਜੂਦਾ ਫਿਕਰਾਂ ਭਰੀ ਹਾਲਤ ਦਾ ਵੀ ਉਸ ਨੂੰ ਚੇਤਾ ਨਾ ਰਿਹਾ। ਜਿਸ ਮਨੋਰਮਾ ਦੇ ਖਿਆਲਾਂ ਨਾਲ ਉਸ ਦਾ ਦਿਲ ਹਰ ਵੇਲੇ ਵਲਿਆ ਰਹਿੰਦਾ ਸੀ ਤੇ ਜਿਸ ਦੀ ਪ੍ਰਾਪਤੀ ਨੂੰ ਉਹ ਅਸੰਭਵ ਸਮਝਦਾ ਸੀ, ਉਹੀ ਮਨੋਰਮਾ ਸੁੰਦਰਦਾਸ ਉਸ ਦੀ ਭੇਟਾ ਕਰ ਰਿਹਾ ਸੀ। ਇਹ ਕਿੱਡੀ ਵੱਡੀ ਖੁਸ਼ੀ ਸੀ ਉਸ ਲਈ। ਉਸ ਨੂੰ ਆਪਣੀ ਉਸ ਭੁੱਲ ਦਾ ਵੀ ਅਨੁਭਵ ਹੋਇਆ ਜਿਹੜੀ ਉਸਨੇ ਸੁੰਦਰਦਾਸ ਉੱਤੇ ਸ਼ੱਕ ਕਰਨ ਦੀ ਕੀਤੀ ਸੀ। ਪੁਸ਼ਪਾ ਨੇ ਵੀ ਚਿੱਠੀ ਪੜ੍ਹੀ। ਥੋੜਾ ਚਿਰ ਚੁੱਪ ਰਹੇ। ਪ੍ਰੀਤਮ ਸਿੰਘ ਨੂੰ ਡਰ ਸੀ ਕਿ ਪੁਸ਼ਪਾ ਉਸ ਨੂੰ ਸ਼ਰਮਿੰਦਾ ਨਾ ਕਰੇ ਜਿਹੜਾ ਉਸਨੇ ਸੁੰਦਰਦਾਸ ਉੱਤੇ ਸ਼ੱਕ ਕੀਤਾ ਸੀ, ਤੇ ਇਹ ਗੱਲ ਸਭ ਤੋਂ ਪਹਿਲਾਂ ਪੁਸ਼ਪਾ ਨੇ ਆਖੀ। ਉਹ ਬੋਲੀ, ਕਿਉਂ ਵੀਰਾ ਜੀ, ਮੈਂ ਕਹਿੰਦੀ ਨਹੀਂ ਸੀ ਕਿ ਤੁਸੀਂ ਉਹਨੂੰ ਪਛਾਣ ਨਹੀਂ ਸਕੇ। ਖੁਸ਼ੀ ਭਰੀ ਸ਼ਰਮਿੰਦਗੀ ਨਾਲ ਪ੍ਰੀਤਮ ਸਿੰਘ ਦਾ ਸਿਰ ਨਿਉ ਗਿਆ। ਉਹ ਬੋਲਿਆ, ਪੁਸ਼ਪਾ ਤੇਰਾ ਖਿਆਲ 16 ਆਨੇ ਠੀਕ ਸੀ, ਹੁਣ ਤਾਂ ਤੁਹਾਡੀ ਮੁਰਾਦ ਪੂਰੀ ਹੋਈ। ਫੇਰ ਚਿੱਠੀ ਲਿਖੋ ਉਹਨਾਂ ਨੂੰ। ਮੇਰਾ ਵੀ ਆਪਣੀ ਭਰਜਾਈ ਨੂੰ ਮਿਲਣ ਨੂੰ ਦਿਲ ਕਰਦਾ ਏ। ਆਪਣੀ ਭਰਜਾਈ ਨੂੰ ਕਿ ਆਪਣੇ ਉਸ ਨੂੰ? ਪ੍ਰੀਤਮ ਸਿੰਘ ਨੇ ਸ਼ਰਾਰਤ ਨਾਲ ਕਿਹਾ, ਜਿਸ ਨੂੰ ਸੁਣ ਕੇ ਪੁਸ਼ਪਾ ਕਨੱਖੀਆਂ ਨਾਲ ਇੱਕ ਵਾਰੀ ਉਸ ਵੱਲ ਤੱਕੀ ਤੇ ਤੱਕ ਕੇ ਉਸ ਨੀਵੀਂ ਪਾ ਲਈ। ਥੋੜਾ ਚਿਰ ਹੋਰ ਬੈਠਣ ਤੋਂ ਬਾਅਦ ਜਦ ਪੁਸ਼ਪਾ ਉੱਠ ਕੇ ਚਲੀ ਗਈ ਤਾਂ ਪ੍ਰੀਤਮ ਸਿੰਘ ਮੁੜ ਭਾਰਤ ਪੁੱਤਰੀ ਦੇ ਖਿਆਲਾਂ ਵਿੱਚ ਡੁੱਬ ਗਿਆ। ਉਸ ਨੂੰ ਇੱਕ ਜ਼ਰੂਰੀ ਕੰਮ ਚੇਤੇ ਆਇਆ, ਸੁੰਦਰਦਾਸ ਦੀ ਚਿੱਠੀ ਦਾ ਜਵਾਬ ਲਿਖਣ ਦਾ। ਭਲਕੇ ਸ਼ਾਇਦ ਵੇਲ ਨਾ ਮਿਲੇ, ਇਹ ਸੋਚ ਕੇ ਉਸਨੇ ਚਿੱਠੀ ਲਿਖਣੀ ਸ਼ੁਰੂ ਕੀਤੀ। ਇਸ ਕੰਮ ਤੋਂ ਵਿਹਲਾ ਹੋ ਕੇ ਜਦ ਬਿਸਤਰੇ ਵਿੱਚ ਜਾ ਲੇਟਿਆ ਤਾਂ ਮੁੜ ਭਾਰਤ ਪੁੱਤਰੀ ਦੇ ਖਿਆਲਾਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੌਣ ਤੋਂ ਪਹਿਲਾਂ ਉਸਨੇ ਆਪਣੇ ਟੰਗੇ ਹੋਏ ਕੋਟ ਦੀ ਜੇਬ ਵਿੱਚੋਂ ਭਰਿਆ ਹੋਇਆ ਪਿਸਤੌਲ ਕੱਢ ਕੇ ਸਿਰਹਾਣੇ ਹੇਠ ਰੱਖ ਲਿਆ ਤੇ ਬੂਹੇ ਦੀ ਚਿਟਕਣੀ ਬੰਦ ਕਰ ਦਿੱਤੀ। ਲੰਮੇ ਪੈਣ ਤੋਂ ਬਾਅਦ ਕਾਫੀ ਚਿਰ ਤੱਕ ਉਹ ਉਸਲ ਵੱਟੇ ਲੈਂਦਾ ਰਿਹਾ। ਛੇਕੜ ਮਾੜੀ ਜਿਹੀ ਝਪਕੀ ਉਸ ਨੂੰ ਆਈ ਹੀ ਸੀ ਕਿ ਕਿਸੇ ਦੇ ਕਦਮਾਂ ਦੀ ਬਿੜਕ ਸੁਣ ਕੇ ਬੇਦਾਰ ਹੋ ਗਿਆ। ਨਾਲ ਹੀ ਡਰ ਭਰੀ ਹੈਰਾਨੀ ਨੇ ਉਸ ਨੂੰ ਆ ਘੇਰਿਆ। ਉਹ ਤਾਂ ਚਿਟਕਣੀ ਅੜਾ ਕੇ ਲੰਮਾ ਪਿਆ ਸੀ। ਫਿਰ ਇਹ ਬਿੜਕ। ਧੜਕਦੇ ਦਿਲ ਨਾਲ ਉਹ ਹੰਬਲਾ ਮਾਰ ਕੇ ਉੱਠ ਬੈਠਾ ਤੇ ਇਸ ਤੋਂ ਪਹਿਲਾਂ ਕਿ ਉਸ ਦਾ ਹੱਥ ਸਿਰਾਣੇ ਤੀਕ ਪਹੁੰਚਦਾ ਕਿ ਕਿਸੇ ਜਨਾਨੇ ਗਲੇ ਦੀ ਲਲਕਾਰ ਨੇ ਉਸ ਦੇ ਹੱਥ ਨੂੰ ਜਿਵੇਂ ਬੰਨ ਲਿਆ। ਖਬਰਦਾਰ ਜੇ ਸਿਰਹਾਣੇ ਵੱਲ ਹੱਥ ਵਧਾਇਆ, ਇੱਧਰ ਦੇਖੋ। ਉਸਨੇ ਪਰਤ ਕੇ ਜਦ ਤੱਕਿਆ ਤਾਂ ਕਾਲੇ ਗੌਣ ਵਿੱਚ ਲਿਪਟੀ ਹੋਈ ਇੱਕ ਆਕਿਰਤੀ ਉੱਥੇ ਮੌਜੂਦ ਸੀ। ਉਹ ਭਾਰਤ ਪੁੱਤਰੀ! ਉਸ ਦੇ ਅੰਦਰ ਆਵਾਜ਼ ਗੂੰਜੀ। ਉਸ ਨੂੰ ਤਰੇਲੀਆਂ ਛੁੱਟ ਗਈਆਂ। ਦਿਲ ਦੀ ਧੜਕਣ ਵੱਧਦੀ ਜਾ ਰਹੀ ਸੀ। ਨਕਾਬ ਨਾਲ ਮੂੰਹ ਢੱਕੀ ਮੁਟਿਆਰ ਨੇ ਆਪਣੇ ਰਿਵਾਲਵਰ ਦੀ ਨਾਲੀ ਪ੍ਰੀਤਮ ਸਿੰਘ ਵੱਲ ਸਿੱਧੀ ਹੋਈ ਸੀ। ਬੋਲੀ, ਕੀ ਸੋਚ ਰਹੇ ਹੋ? ਮੈਂ ਕਿੱਧਰੋਂ ਆ ਗਈ? ਅਸਲ ਵਿੱਚ ਤੁਹਾਡੇ ਨੌਕਰ ਬੜੇ ਲਾਪਰਵਾਹ ਨੇ। ਉਹ ਵੇਖੋ, ਬਾਥਰੂਮ ਦਾ ਬੂਹਾ ਖੁੱਲਾ ਪਿਆ ਹੈ ਤੇ ਇਸ ਦੇ ਬਾਹਰਲੇ ਪਾਸੇ ਦਾ ਬੂਹਾ ਵੀ ਬੰਦ ਨਹੀਂ ਸੀ। ਤੁਸੀਂ ਇਹਨਾਂ ਹੱਡ ਹਰਾਮ ਨੌਕਰਾਂ ਨੂੰ ਤਨਖਾਹ ਕਿਸ ਗੱਲ ਦੀ ਦਿੰਦੇ ਹੋ? ਉਸਨੇ ਫੁਰਤੀ ਨਾਲ ਪ੍ਰੀਤਮ ਸਿੰਘ ਦੇ ਸਿਰਹਾਣੇ ਹੇਠੋਂ ਪਿਸਤੌਲ ਚੁੱਕ ਕੇ ਦੂਜੇ ਹੱਥ ਤੇ ਬੇਪਰਵਾਹੀ ਨਾਲ ਪਿਸਤੌਲ ਨੂੰ ਜਾਂਚਦੀ ਹੋਈ ਬੋਲੀ, ਰਿਵਾਲਵਰ ਤੁਹਾਡਾ ਕੀਮਤੀ ਜਾਪਦਾ ਹੈ। ਮੈਨੂੰ ਵੀ ਇਹੋ ਜਿਹੇ ਇੱਕ ਚੰਗੇ ਰਿਵਾਲਵਰ ਦੀ ਚਿਰ ਤੋਂ ਲੋੜ ਸੀ। ਤੇ ਉਸ ਨੂੰ ਗੌਨ ਦੇ ਹੇਠਾਂ ਲੁਕਾਉਂਦੀ ਹੋਈ ਬੋਲੀ, ਇਹ ਤੋਹਫੇ ਲਈ ਬਹੁਤ-ਬਹੁਤ ਧੰਨਵਾਦ। ਸੱਚ ਮੇਰੀ ਚਿੱਠੀ ਤਾਂ ਤੁਹਾਨੂੰ ਮਿਲ ਗਈ ਹੋਵੇਗੀ। ਬੌਂਦਲਿਆਂ ਵਾਂਗ ਪ੍ਰੀਤਮ ਸਿੰਘ ਉਸ ਕਾਲੇ ਪਹਿਰਾਵੇ ਵੱਲ ਤੱਕੀ ਜਾ ਰਿਹਾ ਸੀ, ਨਾਲੇ ਕੰਬ ਰਿਹਾ ਸੀ। ਭਾਰਤ ਪੁੱਤਰੀ ਸੱਚਮੁੱਚ ਉਸ ਦੇ ਸਾਹਮਣੇ ਸੀ ਤੇ ਫਿਰ ਉਹਦੇ ਆਪਣੇ ਹੀ ਕਮਰੇ ਵਿੱਚ, ਪਰ ਉਹ ਬੇਵਸ ਸੀ, ਨਿਹੱਥਾ ਤੇ ਨਿਆਸਰਾ। ਪਿਸਤੌਲ ਉੱਤੇ ਹੀ ਤਾਂ ਉਸ ਨੂੰ ਭਰੋਸਾ ਸੀ, ਪਰ ਉਹ ਹੱਥੋਂ ਜਾ ਚੁੱਕਾ ਸੀ। ਕਿਤੇ ਮੈਂ ਸੁਪਨਾ ਤਾਂ ਨਹੀਂ ਵੇਖ ਰਿਹਾ? ਉਸਨੇ ਅੱਖਾਂ ਮਲੀਆਂ। ਦ੍ਰਿਸ਼ ਜਿਉਂ ਦਾ ਤਿਉਂ ਸੀ। ਉਸਦਾ ਸੰਗ ਸੁੱਕ ਗਿਆ, ਹੋਠ ਜੁੜ ਗਏ। ਭਾਰਤ ਪੁੱਤਰੀ ਬੋਲੀ, ਡਰੋ ਨਾ, ਮੈਂ ਤੁਹਾਡੀ ਜਾਨ ਲੈਣ ਨਹੀਂ ਆਈ। ਇਹਨਾਂ ਹੱਥਾਂ ਨੂੰ ਮੈਂ ਅੱਜ ਤੀਕ ਇਨਸਾਨੀ ਖੂਨ ਨਾਲ ਨਾਪਾਕ ਨਹੀਂ ਕੀਤਾ, ਨਾ ਹੀ ਕਰਾਂਗੀ। ਇਹੋ ਜਿਹੇ ਕੰਮਾਂ ਲਈ ਮੇਰੀ ਫੌਜ ਹੀ ਕਾਫੀ ਹੈ। ਸਿਰਫ ਤੁਹਾਡੇ ਨਾਲ ਕੁਝ ਗੱਲਾਂ ਕਰਨ ਲਈ ਆਈ ਹਾਂ।
ਉਹ ਮੇਰਿਆ ਰੱਬਾ, ਕੀ ਮੈਂ ਸੱਚਮੁੱਚ ਭਾਰਤ ਪੁੱਤਰੀ ਨੂੰ ਵੇਖ ਰਿਹਾ ਹਾਂ? ਉਸ ਨੂੰ ਅੱਖਾਂ ਝਪਕਣ ਦੀ ਹਿੰਮਤ ਨਹੀਂ ਸੀ। ਆਪਣਾ ਸਾਹ ਲੈਣ ਦੀ ਆਵਾਜ਼ ਉਹਨੂੰ ਸੁਣਾਈ ਦੇ ਰਹੀ ਸੀ। ਤੂੰ ਕੀ ਚਾਹੁੰਦੀ ਹੈ ਮੇਰੇ ਪਾਸੋਂ? ਕ੍ਰੋਧ ਤੇ ਡਰ ਨਾਲ ਕੰਬਦਿਆਂ ਉਸਨੇ ਕਿਹਾ। ਉਹ ਗੰਭੀਰ ਰੋਬ ਵਿੱਚ ਬੋਲੀ, ਮੁਆਫ ਕਰਨਾ ਭਾਰਤ ਪੁੱਤਰੀ ਨੂੰ, ਤੂੰ ਅਖਵਾਨ ਦੀ ਆਦਤ ਨਹੀਂ। ਫਿਰ ਤੁਹਾਡੇ ਵਰਗੇ ਮੁਅੱਜਬ ਆਦਮੀ ਦੇ ਮੂੰਹੋਂ ਤਾਂ ਇਹ ਉਂਝ ਹੀ ਬਹੁਤ ਬੁਰਾ ਲੱਗਦਾ ਹੈ। ਮੰਨਿਆ ਕਿ ਤੁਸੀਂ ਪੁਲਿਸ ਦੇ ਅਫਸਰੋਂ, ਪਰ ਭਾਰਤ ਪੁੱਤਰੀ ਦਾ ਨਾਂ ਸੁਣ ਕੇ ਤੁਹਾਡੇ ਵੱਡੇ ਵੱਡੇ ਅਫਸਰਾਂ ਦੇ ਸ਼ੱਕੇ ਛੁੱਟ ਜਾਂਦੇ ਨੇ, ਤੁਹਾਥੋਂ ਗੁੱਝਾ ਨਹੀਂ। ਪ੍ਰੀਤਮ ਸਿੰਘ ਦਾ ਦਿਲ ਇਸ ਗੁਸਤਾਖ ਕੁੜੀ ਦੀਆਂ ਗੱਲਾਂ ਸੁਣ ਕੇ ਕਬਾਬ ਹੋ ਰਿਹਾ ਸੀ। ਉਹ ਪਿੰਜਰੇ ਵਿੱਚ ਡੱਕੇ ਸ਼ੇਰ ਵਾਂਗ ਬਿਫਰ ਕੇ ਬੋਲਿਆ, ਇੱਕ ਖੂਨੀ ਲੜਕੀ ਨੂੰ ਇਸ ਤੋਂ ਚੰਗਾ ਲਕਬ ਲੈਣ ਦਾ ਕੋਈ ਹੱਕ ਨਹੀਂ। ਉਹ ਉਸੇ ਲਾਪਰਵਾਹੀ ਵਿੱਚ ਬੋਲੀ, ਤੁਹਾਨੂੰ ਬੈਠ ਜਾਣ ਦੀ ਇਜਾਜ਼ਤ ਹੈ, ਪਰ ਖੜੇ ਹੋਣ ਦੀ ਖੇਚਲ ਨਾ ਕਰਨੀ। ਕੀ ਕਿਹਾ ਜੇ ਖੂਨੀ ਲੜਕੀ? ਖੈਰ, ਮੈਂ ਤੁਹਾਡੀ ਇਸ ਗੁਸਤਾਖੀ ਨੂੰ ਵੀ ਮਾਫ ਕਰਦੀ ਹਾਂ। ਧਿਆਨ ਨਾਲ ਸੁਣੋ ਮੇਰੀ ਗੱਲ। ਤੁਸੀਂ ਭਾਰਤ ਪੁੱਤਰੀ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਜੁਮਾ ਲਿਆ ਹੈ ਨਾ? ਲਓ, ਕਰੋ ਗ੍ਰਿਫਤਾਰ। ਮੈਂ ਤੁਹਾਡੇ ਸਾਹਮਣੇ ਮੌਜੂਦ ਹਾਂ, ਜੇ ਹਿੰਮਤ ਹੈ। ਆਪਣੀ ਬੇਵਸੀ ਦੀ ਖਿਝ ਵਿੱਚ ਪ੍ਰੀਤਮ ਸਿੰਘ ਅਵਾਕ ਰਿਹਾ। ਉਹ ਕਹਿੰਦੀ ਗਈ, ਹਜੇ ਤੁਸੀਂ ਮੇਰੀ ਤਾਕਤ ਨੂੰ ਸਮਝਿਆ ਨਹੀਂ। ਤੁਸੀਂ ਜਿਸ ਸ਼ੇਰਨੀ ਦੇ ਘੁਰੇ ਵਿੱਚ ਹੱਥ ਪਾਉਣ ਲਈ ਜਾ ਰਹੇ ਹੋ, ਜਾਣਦੇ ਹੋ ਇਸ ਦਾ ਨਤੀਜਾ ਕੀ ਹੋਵੇਗਾ? ਪ੍ਰੀਤਮ ਸਿੰਘ ਫਿਰ ਵੀ ਚੁੱਪ ਰਿਹਾ। ਉਹ ਆਪਣੇ ਆਪ ਪੇਚ-ਤਾਬ ਖਾ ਰਿਹਾ ਸੀ। ਉਹ ਫਿਰ ਬੋਲੀ, ਤੁਹਾਡੇ ਵਰਗੇ ਨੌਜਵਾਨ ਦੀ ਜਵਾਨੀ ਉੱਤੇ ਮੈਨੂੰ ਤਰਸ ਆਉਂਦਾ ਹੈ। ਇਸ ਲਈ ਕਹਿੰਦੀ ਹਾਂ ਕਿ ਮੇਰੇ ਰਸਤੇ 'ਚੋਂ ਹਟ ਜਾਓ ਜੇ ਜੀਣਾ ਚਾਹੁੰਦੇ ਹੋ। ਐਤਕੀ ਪ੍ਰੀਤਮ ਸਿੰਘ ਦੀ ਜ਼ੁਬਾਨ ਖੁੱਲੀ। ਵਾਕਈ ਤੁਸੀਂ ਲੋਕ ਬੜੇ ਤਰਸਵਾਨ ਹੋ, ਪਰ ਉਸ ਕਮਬਖਤ ਦੀ ਜਵਾਨੀ ਉੱਤੇ ਤੁਸਾਂ ਵਿੱਚੋਂ ਕਿਸੇ ਨੂੰ ਵੀ ਤਰਸ ਨਾ ਆਇਆ ਜਿਸ ਦਾ ਰਾਤੀ ਹੋਟਲ ਵਿੱਚ ਖੂਨ ਕੀਤਾ ਗਿਆ ਸੀ। ਤੁਸੀਂ ਉਸ ਸ਼ੈਤਾਨ ਦੀ ਗੱਲ ਕਰਦੇ ਹੋ? ਉਹ ਗੱਦਾਰ ਸੀ, ਵਿਸ਼ਵਾਸਘਾਤੀ, ਕਾਇਰ, ਖੁਦਗਰਜ਼। ਇਹੋ ਜਿਹੇ ਆਦਮੀਆਂ ਦਾ ਮਰਨਾ ਹੀ ਚੰਗਾ ਹੈ। ਉਹ ਤੁਹਾਡਾ ਵੀ ਸ਼ੁਭ ਚਿੰਤਕ ਨਹੀਂ ਸੀ ਹੋ ਸਕਦਾ। ਜ਼ਰੂਰ ਤੁਹਾਥੋਂ ਕੋਈ ਮਤਲਬ ਕੱਢਣ ਲਈ ਹੀ ਉਸਨੇ ਪੇਛਾ ਅਖਤਿਆਰ ਕੀਤਾ ਹੋਵੇਗਾ। ਤੁਹਾਨੂੰ ਵੀ ਇਹੋ ਜਿਹੇ ਆਦਮੀਆਂ ਤੋਂ ਓਨੀ ਹੀ ਨਫ਼ਰਤ ਕਰਨੀ ਚਾਹੀਦੀ ਹੈ ਜਿੰਨੀ ਸਾਨੂੰ। ਮੈਨੂੰ ਸੱਚਮੁੱਚ ਹੀ ਤੁਹਾਡੀ ਜਵਾਨੀ ਤੇ ਤਰਸ ਆਉਂਦਾ ਹੈ। ਕਿ ਤੁਸੀਂ ਮੇਰੀ ਗੱਲ ਦਾ ਯਕੀਨ ਨਹੀਂ ਕਰਦੇ? ਥੋੜਾ ਰੋਕਿਓ, ਫਿਰ ਬੋਲੀ, ਖੈਰ, ਮੈਂ ਤੁਹਾਨੂੰ ਹਫ਼ਤੇ ਦੀ ਮੋਹਲਤ ਦਿੰਦੀ ਹਾਂ। ਖੂਬ ਸੋਚ ਵਿਚਾਰ ਕਰ ਲਓ। ਜੇ ਆਪਣੇ ਇਰਾਦਿਆਂ ਨੂੰ ਤਰਕ ਕਰ ਸਕੋ ਤਾਂ ਇਸ ਵਿੱਚ ਤੁਹਾਡੀ ਹੀ ਭਲਾਈ ਹੈ, ਨਹੀਂ ਤਾਂ ਆਪਣੇ ਕੰਮਾਂ ਦਾ ਨਤੀਜਾ ਆਪ ਹੀ ਸਮਝ ਲੈਣਾ। ਅੱਛਾ, ਬੰਦੇ ਮਾਤਰਮ। ਕਹਿੰਦੀ ਹੋਈ ਉਹ ਉਸੇ ਤਰ੍ਹਾਂ ਪ੍ਰੀਤਮ ਸਿੰਘ ਵੱਲ ਮੂੰਹ ਕੀਤੀ ਪਿੱਛੇ ਹਟਦੀ ਹੋਈ ਗੁਸਲਖਾਨੇ ਦੇ ਬੂਹੇ ਵੱਲ ਵਧੀ। ਪਿਸਤੌਲ ਉਸਨੇ ਬਰਾਬਰ ਤਾਣਿਆ ਹੋਇਆ ਸੀ। ਬੂਹੇ ਵਿੱਚ ਖੜੋ ਕੇ ਬੋਲੀ, ਲਓ ਹੁਣ ਚੰਗੀ ਤਰ੍ਹਾਂ ਇਸ ਨੂੰ ਬੰਦ ਕਰਕੇ ਸੌਣਾ, ਖੁੱਲਾ ਨਹੀਂ ਛੱਡਣਾ ਚਾਹੀਦਾ। ਤੇ ਉਹ ਸ਼ਾਈ ਮਾਈ ਹੋ ਗਈ। ਉਸ ਦੀ ਬਾਹਰ ਨਿਕਲਣ ਦੀ ਦੇਰ ਸੀ ਕਿ ਪ੍ਰੀਤਮ ਸਿੰਘ ਝਟਪਟ ਮੰਜੇ ਤੋਂ ਛਲਾਂਗ ਮਾਰ ਕੇ ਉੱਠਿਆ ਤੇ ਗੁਸਲਖਾਨੇ ਵੱਲ ਵਧਿਆ। ਪਰ ਉਸਨੂੰ ਕ੍ਰੋਧ ਦੇ ਨਾਲ ਹੈਰਾਨੀ ਵੀ ਹੋਈ ਜਦ ਉਸਨੇ ਵੇਖਿਆ ਕਿ ਬੂਹਾ ਬਾਹਰੋਂ ਬੰਦ ਸੀ। ਉਧਰੋਂ ਮੁੜ ਕੇ ਉਹ ਦੂਸਰੇ ਬੂਹੇ ਵੱਲ ਵਧਿਆ ਜਿਸਨੂੰ ਉਹ ਅੰਦਰੋਂ ਬੰਦ ਕਰਕੇ ਸੁੱਤਾ ਸੀ, ਪਰ ਉਹਦੀ ਵੀ ਬਾਹਰੋਂ ਅਰਲ ਵੱਜੀ ਹੋਈ ਸੀ। ਉਹ ਹੱਥ ਮਰੋੜਦਾ ਰਹਿ ਗਿਆ ਤੇ ਲੰਮੇ ਲੰਮੇ ਸਾਹ ਲੈਂਦਾ ਹੋਇਆ ਕਮਰੇ ਵਿੱਚ ਟਹਿਲਣ ਲੱਗਾ। ਕਿ ਉਹ ਮੱਕਾਰ ਕੁੜੀ ਮੈਨੂੰ ਕੈਦ ਕਰ ਗਈ? ਉਸਨੇ ਬੂਹੇ ਨੂੰ ਮੁੱਕੀਆਂ ਮਾਰੀਆਂ ਤੇ ਆਵਾਜ਼ਾਂ ਦੇਣੀਆਂ ਸ਼ੁਰੂ ਕੀਤੀਆਂ। ਵੀਰਾ ਜੀ, ਤੁਸੀਂ ਬੂਹਾ ਖੜਕਾ ਰਹੇ ਹੋ? ਅੱਖਾਂ ਮਲਦੀ ਹੋਈ ਪੁਸ਼ਪਾ ਬੂਹਾ ਖੋਲ ਕੇ ਕਮਰੇ ਵਿੱਚ ਦਾਖਲ ਹੋਈ। ਪੁਸ਼ਪਾ ਭਾਰਤ ਪੁੱਤਰੀ ਆਈ ਸੀ। ਉਸਨੇ ਉਖੜਵੀਂ ਆਵਾਜ਼ ਵਿੱਚ ਕਿਹਾ। ਤੁਸੀਂ ਕੀ ਕਹਿ ਰਹੇ ਹੋ ਵੀਰਾ ਜੀ? ਪੁਸ਼ਪਾ ਨੇ ਜਿਵੇਂ ਸਹਿਮ ਕੇ ਪੁੱਛਿਆ। ਭਾਰਤ ਪੁੱਤਰੀ ਇੱਥੇ ਆਈ ਸੀ? ਹਾਂ ਪੁਸ਼ਪਾ, ਇੱਥੇ ਇਸ ਕਮਰੇ ਵਿੱਚ। ਤੇ ਇਸ ਤੋਂ ਬਾਅਦ ਉਸਨੇ ਸਾਰੀ ਵਾਰਤਾ ਪੁਸ਼ਪਾ ਨੂੰ ਸੁਣਾਈ। ਹਾਏ, ਮੈਂ ਮਰ ਗਈ, ਲੰਮੀ ਹੇਕ ਨਾਲ ਪੁਸ਼ਪਾ ਨੇ ਕਿਹਾ। ਪਰ ਇੱਥੇ ਤਾਂ ਕੀਕਣ ਗਈ ਉਹ ਡੈਨ। ਪ੍ਰੀਤਮ ਸਿੰਘ ਦਾ ਹਜੇ ਤੀਕ ਸਾਹ ਨਾ ਸਾਹ ਨਹੀਂ ਸੀ ਰਲਿਆ। ਉਹ ਬੋਲਿਆ, ਪੁਸ਼ਪਾ, ਮੈਂ ਪਾਗਲ ਹੋ ਜਾਵਾਂਗਾ, ਮੇਰਾ ਦਿਮਾਗ ਖਰਾਬ ਹੋ ਜਾਵੇਗਾ। ਸਮਝ ਨਹੀਂ ਆਉਂਦੀ ਕੀ ਹੋ ਰਿਹਾ ਏ। ਪੁਸ਼ਪਾ, ਮੈਂ ਇਕੱਲਾ ਨਹੀਂ ਸੌਂ ਸਕਦਾ। ਸਤਿਆਨਾਸ ਹੋਵੇ ਉਸ ਪਾਪਨ ਦਾ। ਪੁਸ਼ਪਾ ਇੱਕੋ ਜ਼ਬਾਨ ਸਵਾਲ ਉੱਤੇ ਸਵਾਲ ਕਰੀ ਜਾ ਰਹੀ ਸੀ। ਉਹ ਆਈ ਕਿਹੜੇ ਗਹੋਂ? ਤੁਸਾਂ ਉਸ ਚੜੇਲ ਨੂੰ ਜਾਣ ਕਿਉਂ ਦਿੱਤਾ? ਕਿਹੋ ਜਿਹੀ ਸੀ? ਕਿੰਨੀ ਉਮਰ ਸੀ? ਇਕੱਲੀ ਸੀ ਕਿ ਹੋਰ ਵੀ ਕੋਈ ਉਸਦੇ ਨਾਲ ਸੀ? ਪ੍ਰੀਤਮ ਸਿੰਘ ਨੇ ਉਸਦੇ ਕਿਸੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਉਵੇਂ ਹੀ ਘਬਰਾਇਆ ਹੋਇਆ ਉਹ ਦੂਸਰੇ ਕਮਰੇ ਵਿੱਚ ਆ ਪੁੱਜਾ ਤੇ ਜਾਂਦਿਆਂ ਹੀ ਮੰਜੇ ਤੇ ਫੈਲ ਗਿਆ। ਉਹ ਚਿਰ ਤੱਕ ਉਸਦੀ ਮਾਂ ਵੀ ਆ ਪਹੁੰਚੀ ਸੀ। ਅੰਕ 62। ਚਿੱਠੀ ਦਾ ਉੱਤਰ ਸੁੰਦਰਦਾਸ ਨੂੰ ਅੱਜ ਵੀ ਡਾਕ ਵਿੱਚ ਮਿਲਿਆ। ਦੁਪਹਿਰ ਦੀ ਰੋਟੀ ਖਾ ਕੇ ਉਹ ਮਨੋਰਮਾ ਪਾਸ ਬੈਠਾ ਗੱਲਾਂ ਕਰ ਰਿਹਾ ਸੀ ਕਿ ਇਹ ਚਿੱਠੀ ਉਸਨੂੰ ਮਿਲੀ। ਇਸ ਵਿੱਚ ਲਿਖਿਆ ਸੀ, ਮੇਰੇ ਪਿਆਰੇ ਡਾਕਟਰ ਜੀ, ਬਹੁਤ ਉਡੀਕ ਪਿੱਛੋਂ ਤੁਹਾਡੀ ਚਿੱਠੀ ਮਿਲੀ। ਅੱਗੇ ਤਾਂ ਮੈਂ ਤੁਹਾਨੂੰ ਸਿਰਫ ਸਵਾਮੀ ਹੀ ਸਮਝਦਾ ਸਾਂ, ਪਰ ਹੁਣ ਪਤਾ ਲੱਗਾ ਕਿ ਤੁਸੀਂ ਅੰਤਰਯਾਮੀ ਵੀ ਹੋ। ਮਨੋਰਮਾ ਬਾਬਤ ਤੁਸਾਂ ਜੋ ਕੁਝ ਲਿਖਿਆ ਹੈ, ਇਸ ਦਾ ਉੱਤਰ ਦੇਣ ਲਈ ਮੈਨੂੰ ਯੋਗ ਲਫ਼ਜ਼ ਨਹੀਂ ਲੱਭਦੇ। ਇਸ ਲਈ ਉਸ ਦਾ ਉੱਤਰ ਕੇਵਲ ਚੁੱਪ ਵਿੱਚ ਦਿੰਦਾ ਹਾਂ। ਮਾਲੂਮ ਹੁੰਦਾ ਹੈ ਮੈਂ ਉਤਨਾ ਬਦਨਸੀਬ ਨਹੀਂ ਹਾਂ ਜਿੰਨਾ ਖਿਆਲ ਕਰਦਾ ਸਾਂ।
ਤੁਹਾਡੀ ਚਿੱਠੀ ਪੁਸ਼ਪਾ ਨੇ ਵੀ ਪੜ੍ਹੀ। ਮਨੋਰਮਾ ਨੂੰ ਮਿਲਣ ਲਈ ਉਹ ਬੜੀ ਖਾਹਿਸ਼ ਜ਼ਾਹਿਰ ਕਰ ਰਹੀ ਹੈ ਕਿ ਤੁਸੀਂ ਉਸ ਦੀ ਖਾਹਿਸ਼ ਪੂਰੀ ਕਰੋਗੇ। ਮੈਂ ਅੱਜਕੱਲ ਬੜੀ ਪਰੇਸ਼ਾਨੀ ਵਿੱਚ ਹਾਂ। ਜਿਸ ਕੰਮ ਨੂੰ ਮੈਂ ਹੱਥ ਪਾ ਬੈਠਾ ਹਾਂ ਉਸ ਨੂੰ ਸਿਰੇ ਚਾੜਨਾ ਤਾਂ ਕਿਤੇ ਰਿਹਾ, ਹਜੇ ਤੀਕ ਮੈਂ ਉਸ ਨੂੰ ਸ਼ੁਰੂ ਵੀ ਨਹੀਂ ਕਰ ਸਕਿਆ। ਸਭ ਕੋਸ਼ਿਸ਼ਾਂ ਪੈ ਦਰ ਪੈ ਫੇਲ ਹੁੰਦੀਆਂ ਜਾ ਰਹੀਆਂ ਹਨ। ਭਾਰਤ ਪੁੱਤਰੀ ਤੇ ਉਸਦੀ ਪਾਰਟੀ ਦੀ ਬਣਤਰ ਇਤਨੀ ਮਜ਼ਬੂਤ ਹੈ ਕਿ ਉਸ ਨੂੰ ਕਿਸੇ ਪਾਸਿਓਂ ਵੀ ਮੇਰਾ ਹੱਥ ਨਹੀਂ ਪੈ ਸਕਿਆ। ਜੇ ਮੈਂ ਇਸ ਕੰਮ ਵਿੱਚ ਕਾਮਯਾਬ ਨਾ ਹੋਇਆ ਤਾਂ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ। ਕੋਈ ਵੱਡੀ ਗੱਲ ਨਹੀਂ ਕਿ ਮੈਨੂੰ ਨੌਕਰੀ ਹੀ ਛੱਡਣੀ ਪਵੇ। ਭਾਰਤ ਪੁੱਤਰੀ ਦੇ ਕਾਰੇ ਤਾਂ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੀ ਰਹਿੰਦੇ ਹੋਵੋਗੇ। ਉਸ ਸ਼ੈਤਾਨ ਕੁੜੀ ਨੇ ਜਿਸ ਤਰ੍ਹਾਂ ਮੇਰਾ ਨੱਕ ਦਮ ਕਰ ਰੱਖਿਆ ਹੈ ਉਸ ਦਾ ਜ਼ਿਕਰ ਮਿਲ ਕੇ ਹੀ ਕਰਾਂਗਾ। ਸੁਣੋਗੇ ਤਾਂ ਦੰਗ ਰਹਿ ਜਾਓਗੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਉਮਰ ਕੋਈ ਬਹੁਤੀ ਨਹੀਂ, ਮਸੇ 18-20 ਵਰ੍ਹਿਆਂ ਦੀ ਹੋਏਗੀ, ਪਰ ਉਸ ਦੀ ਚੁਸਤੀ ਚਲਾਕੀ ਨੇ ਬੁੱਢੇ ਦਿਮਾਗਾਂ ਦੀ ਚੱਕਰੀ ਪੁਆ ਦਿੱਤੀ ਹੈ। ਮੈਨੂੰ ਤਾਂ ਕਿਸੇ ਬਘਿਆੜੀ ਪਾਸੋਂ ਇੰਨਾ ਡਰ ਨਹੀਂ ਆ ਸਕਦਾ ਜਿੰਨਾ ਉਸ ਨਕਾਬਪੋਸ਼ ਭੂਤਨੀ ਤੋਂ। ਮੇਰੀਆਂ ਗੁਪਤੋ ਗੁਪਤ ਵਿਉਂਤਾਂ ਨੂੰ ਚੁਟਕੀ ਦੀ ਢਿੱਲ ਵਿੱਚ ਨਸ਼ਟ ਭ੍ਰਸ਼ਟ ਕਰ ਦਿੰਦੀ ਹੈ। ਸੱਚ ਕਹਿੰਦਾ ਹਾਂ, ਇਹੋ ਜਿਹੀ ਖੌਫਨਾਕ ਹਸਤੀ ਨਾਲ ਮੇਰਾ ਕਦੇ ਵਾਹ ਨਹੀਂ ਸੀ ਪਿਆ। ਜ਼ਰੂਰ ਆ ਕੇ ਮਿਲ ਗਿਲ ਜਾਓ। ਇੱਕ ਤਾਂ ਤੁਹਾਨੂੰ ਮਿਲ ਕੇ ਤਬੀਅਤ ਦੀ ਘਬਰਾਹਟ ਕੁਝ ਦੂਰ ਹੋਵੇਗੀ, ਦੂਜਾ ਪੁਸ਼ਪਾ ਦੇ ਵਿਆਹ ਬਾਰੇ ਵੀ ਗੱਲਕਥ ਤੈਅ ਕਰਨੀ ਹੈ। ਨਾਲੇ ਭਾਰਤ ਪੁੱਤਰੀ ਨੂੰ ਫੜਨ ਬਾਰੇ ਸ਼ਾਇਦ ਤੁਸੀਂ ਵੀ ਕੋਈ ਚੰਗੀ ਸਬੀਲ ਸੋਚ ਕੇ ਦੱਸ ਸਕੋ। ਬਾਪੂ ਜੀ ਅੱਜਕੱਲ ਇੱਥੇ ਨਹੀਂ, ਮੁਰੱਬਿਆਂ ਵਿੱਚ ਰਹਿ ਰਹੇ ਨੇ। ਉਮੀਦ ਹੈ ਤੁਸੀਂ ਚਿੱਠੀ ਵੇਖਦੇ ਹੀ ਮਨੋਰਮਾ ਸਣੇ ਚਲੇ ਆਓਗੇ। ਪੁਸ਼ਪਾ ਨੂੰ ਕਈ ਵਾਰੀ ਕਿਹਾ ਕਿ ਤੁਹਾਨੂੰ ਖੱਤ ਲਿਖੇ, ਪਰ ਉਹ ਮੰਨਦੀ ਨਹੀਂ। ਸ਼ਾਇਦ ਤੁਹਾਡੇ ਨਾਲ ਗੁੱਸੇ ਹੈ। ਤੁਹਾਡਾ ਪ੍ਰੀਤਮ ਸਿੰਘ। ਅੰਨਾ ਕੀ ਲੋੜੇ ਦੋ ਅੱਖਾਂ। ਸੁੰਦਰਦਾਸ ਲਈ ਦੂਰ ਦੀਆਂ ਆਸਾਂ ਹੋਰ ਨੇੜੇ ਹੋ ਕੇ ਸੁਨਹਿਰੀ ਨਾਚ ਨੱਚਣ ਲੱਗੀਆਂ। ਭਾਰਤ ਪੁੱਤਰੀ ਬਾਬਤ ਪੜ੍ਹ ਕੇ ਉਸਦਾ ਹਾਸਾ ਹੀ ਨਹੀਂ ਸੀ ਰੁਕਦਾ। ਸੋਚਣ ਲੱਗਾ ਤਾਂ ਤੇ ਬਈ ਅੱਧੀ ਉਮਰ ਕਾਲਜਾਂ ਸਕੂਲਾਂ ਵਿੱਚ ਰੋਲਣ ਵਾਲੇ ਉਸ ਪੁਲਸੀਏ ਪਾਸੋਂ ਕੁੜੀ ਬਾਜੀ ਲੈ ਗਈ। ਉਸਨੇ ਉਸ ਵੇਲੇ ਪ੍ਰੀਤਮ ਸਿੰਘ ਨੂੰ ਪਹਿਲੀ ਗੱਡੀ ਆਪਣੇ ਆਉਣ ਦੀ ਤਾਰ ਦਿੱਤੀ ਤੇ ਸ਼ਾਮ ਨੂੰ ਉਹ ਮਨੋਰਮਾ ਸਣੇ ਗੱਡੀ ਤੇ ਸਵਾਰ ਹੋਇਆ। ਦਿੱਲੀੋਂ ਚੱਲ ਕੇ ਲਾਹੌਰ ਪਹੁੰਚਣ ਤੱਕ ਪੁਸ਼ਪਾ ਦਾ ਖਿਆਲ ਸੁੰਦਰਦਾਸ ਦੇ ਦਿਲੋਂ ਦੂਰ ਨਹੀਂ ਹੋਇਆ। ਉਹ ਸੋਚਦਾ ਜਾ ਰਿਹਾ ਸੀ, ਜਦ ਮੈਂ ਪੁਸ਼ਪਾ ਪਾਸੋਂ ਨਿਖੜਿਆ ਸਾਂ ਉਦੋਂ ਮੈਂ ਉਸਨੂੰ ਕਿਸੇ ਹੋਰ ਸ਼ਕਲ ਵਿੱਚ ਛੱਡਿਆ ਸੀ, ਪਰ ਹੁਣ ਜਦ ਉਹ ਮੈਨੂੰ ਮਿਲੇਗੀ ਤਾਂ ਹੋਰ ਹੀ ਰੂਪ ਵਿੱਚ। ਅੱਗੇ ਉਹ ਬਗਾਨੀ ਸੀ ਪਰ ਹੁਣ ਮੇਰੀ ਆਪਣੀ। ਕਿਤਨਾ ਸੁੱਖ ਹੋਵੇਗਾ ਇਸ ਮੇਲ ਵਿੱਚ। ਪ੍ਰੀਤਮ ਸਿੰਘ ਲਿਖਦਾ ਹੈ ਕਿ ਉਸਨੇ ਉਹ ਖੱਤ ਲਿਖਣ ਲਈ ਕਈ ਵੇਰਾਂ ਕਿਹਾ ਪਰ ਉਹ ਨਹੀਂ ਲਿਖਦੀ। ਭੋਲਾ ਪ੍ਰੀਤਮ ਸਿੰਘ ਨਹੀਂ ਜਾਣਦਾ ਕਿ ਇਸ ਸੰਗ ਵਿੱਚ ਹੀ ਤਾਂ ਪ੍ਰੇਮ ਦਾ ਰਾਜ ਹੈ। ਹੁਣ ਜਿਸ ਵੇਲੇ ਉਹ ਮੈਨੂੰ ਮਿਲੇਗੀ ਤੇ ਮਿਲਣ ਵੇਲੇ ਸ਼ਰਮ ਨਾਲ ਆਪਣੇ ਆਪ ਨੂੰ ਮੇਥੋਂ ਲੁਕਾਉਣ ਦੀ ਕੋਸ਼ਿਸ਼ ਕਰੇਗੀ, ਉਸਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਚਮਕਦੀ ਦਿਸੇਗੀ ਤਾਂ ਕਿਤਨਾ ਸੋਹਣਾ ਲੱਗੇਗਾ ਉਸਦਾ ਰੰਗ ਢੰਗ। ਗੱਡੀ ਵਿੱਚ ਉਸਦੇ ਨਾਲ ਹੀ ਮਨੋਰਮਾ ਬੈਠੀ ਸੀ। ਉਹ ਵੀ ਅੱਜ ਕਿਸੇ ਨਵੀਂ ਦੁਨੀਆ ਦੀਆਂ ਖ਼ੁਆਬਾਂ ਲੈ ਰਹੀ। ਸੁੱਖ ਸੁਪਨਿਆਂ ਨੇ ਦੋਹਾਂ ਦਾ ਰੇਲ ਸਫ਼ਰ ਬਹੁਤ ਛੇਤੀ ਖਤਮ ਕਰ ਦਿੱਤਾ। ਲੋਕੀ ਕਹਿੰਦੇ ਹਨ ਕਿ ਪ੍ਰੇਮ ਪਿਆਸੀਆਂ ਰੂਹਾਂ ਲਈ ਵਿਛੋੜੇ ਤੇ ਮੇਲ ਦਾ ਵਿਚਕਾਰਲਾ ਸਮਾਂ ਬੜਾ ਔਖਾ ਲੰਘਦਾ ਹੈ। ਇੱਕ ਘੜੀ ਸਾਲ ਜਿੱਡੀ ਬੀਤਦੀ ਹੈ, ਪਰ ਉਹ ਉਹਨਾਂ ਲਈ ਹੁੰਦਾ ਹੈ ਜਿਹੜੀਆਂ ਰੂਹਾਂ ਆਸਾਂ ਤੇ ਨਿਰਾਸ਼ਾ ਦੇ ਵਿਚਾਲੇ ਲਟਕ ਰਹੀਆਂ ਹੋਣ। ਜਿੱਥੇ ਨਿਰੀ ਆਸ਼ਾ ਹੋਵੇ ਤੇ ਸਫਲਤਾ ਦੀ ਸਿਖਰ ਤੇ ਪੁੱਜੀ ਹੋਈ, ਉੱਥੇ ਸਮਾਂ ਛਾਲਾ ਮਾਰਦਾ ਲੰਘ ਜਾਂਦਾ ਹੈ। ਗੱਡੀ ਲਾਹੌਰ ਦੇ ਸਟੇਸ਼ਨ ਤੇ ਖੜੀ ਹੋਈ। ਪਲੇਟਫਾਰਮ ਆਦਮੀਆਂ ਨਾਲ ਭਰਿਆ ਹੋਇਆ ਸੀ, ਪਰ ਸੁੰਦਰਦਾਸ ਨੂੰ ਇਸ ਸਾਰੇ ਪਲੇਟਫਾਰਮ ਉੱਤੇ ਕੇਵਲ ਦੋ ਹੀ ਆਦਮੀ ਦਿਸੇ, ਪੁਸ਼ਪਾ ਤੇ ਪ੍ਰੀਤਮ ਸਿੰਘ। ਪ੍ਰੀਤਮ ਸਿੰਘ ਦੀ ਜੱਫੀ ਵਿੱਚੋਂ ਨਿਕਲ ਕੇ ਸੁੰਦਰਦਾਸ ਪੁਸ਼ਪਾ ਵੱਲ ਵਧਿਆ। ਦੋਹਾਂ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ, ਕੇਵਲ ਹੱਥ ਜੁੜੇ ਤੇ ਮੱਥੇ ਨਿਵੇਂ ਬਸ। ਮਨੋਰਮਾ ਨੂੰ ਦੇਖਦੀ ਹੀ ਪੁਸ਼ਪਾ ਖੁਸ਼ੀ ਨਾਲ ਖੇਡ ਉੱਠੀ। ਉਹਨੂੰ ਜੱਫੀ ਵਿੱਚ ਲੈ ਕੇ ਉਸਨੇ ਪਿਆਰ ਕੀਤਾ ਤੇ ਉਸਦੀ ਸੁੰਦਰਤਾ ਨੂੰ ਅਣਰੱਜੀਆਂ ਅੱਖਾਂ ਨਾਲ ਘੜੀ ਮੁੜੀ ਵੇਖਿਆ। ਪ੍ਰੀਤਮ ਸਿੰਘ ਦੀਆਂ ਅੱਖਾਂ ਅੱਗੇ ਚਕਾਚੌਂਧ ਆ ਗਈ ਜਦ ਉਸਨੇ ਮਨੋਰਮਾ ਨੂੰ ਵੇਖਿਆ। ਅੱਜ ਇਹ ਮਨੋਰਮਾ ਉਦਾਂ ਦੀ ਰੁਲੀ ਖੁਲੀ ਤੇ ਮਰਝਾਈ ਹੋਈ ਨਹੀਂ ਸੀ। ਉਸਦੇ ਅੰਗ ਉੱਤੇ ਨਵੇਂ ਜੋਬਨ ਦੀ ਮਹਿਕਾਰ ਸੀ। ਉਸਦੀਆਂ ਅੱਖਾਂ ਵਿੱਚ ਮੁਗਧਕਾਰੀ ਮਸਤੀ ਸੀ। ਉਸਦੀ ਤੋਰ ਵਿੱਚ, ਉਸਦੇ ਬੋਲਣ, ਮੁਸਕਰਾਉਣ ਤੇ ਤੱਕਣ ਵਿੱਚ ਮਿਕਨਾਤੀਸੀ ਖਿੱਚ ਸੀ। ਪ੍ਰੀਤਮ ਸਿੰਘ ਦਿਲ ਹੀ ਦਿਲ ਵਿੱਚ ਆਪਣੇ ਭਾਗਾਂ ਨੂੰ ਸਲਾਹ ਰਿਹਾ ਸੀ। ਪੁਸ਼ਪਾ ਦੇ ਚਿਹਰੇ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਸੁੰਦਰਦਾਸ ਦੇ ਅੰਦਰੋਂ ਕਸਕ ਜਿਹੀ ਉੱਠੀ। ਪੁਸ਼ਪਾ ਦੇ ਚਿਹਰੇ ਉੱਤੇ ਉਤਸ਼ਾਹ ਨਹੀਂ, ਤੀਬਰਤਾ ਨਹੀਂ, ਜਿਵੇਂ ਕੋਈ ਸੰਨਿਆਸਨੀ ਚਾਰੇ ਕਾਰ ਵਿੱਚ ਬੈਠ ਕੇ ਘਰ ਵੱਲ ਪਰਤੇ। ਧੰਨਵਾਦ।